नमस्ते विद्यार्थियों, ਤੁਹਾਡਾ ਸਭ ਦਾ ਅੱਜ ਦੇ ਇਸ ਲੈਕਚਰ ਵਿੱਚ ਸਵਾਗਤ ਹੈ। ਅੱਜ ਅਸੀਂ ਇਸ ਲੈਕਚਰ ਵਿੱਚ ਮਾਡਰਨ ਇੰਡੀਅਨ ਹਿਸਟਰੀ ਆਧੁਨਿਕ ਭਾਰਤ ਦੇ ਇਤਿਹਾਸ ਦੇ MCQ ਕਰਾਂਗੇ। ਇਹ MCQ ਤੁਹਾਡੇ ਵੱਖ-ਵੱਖ ਟੈਸਟਾਂ ਲਈ ਕਾਫੀ ਲਾਹੇਵੰਦ ਹੋਣਗੇ ਅਤੇ ਤੁਹਾਨੂੰ ਇਹ ਪ੍ਰਸ਼ਨ ਬਾਕੀ ਬੋਰਡ ਦੇ ਪੇਪਰ ਦੇ ਵਿੱਚ ਵੀ ਕਾਫੀ ਕੰਮ ਆਉਂਦੇ ਹਨ। ਇਸ ਕਰਕੇ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਦੇਖਣਾ ਤੇ ਸਮਝਣਾ ਤਾਂ ਜੋ ਤੁਹਾਡੇ ਜਿਹੜੇ ਟੈਸਟ ਹੈਗੇ ਉਹ ਵਧੀਆ ਹੋ ਸਕਣ। ਤਾਂ ਹੁਣ ਅਸੀਂ ਇਸ ਦਾ ਪਹਿਲਾ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਬਾਬਰ ਨੇ ਪਾਣੀਪਤ ਦੀ ਲੜਾਈ ਵਿੱਚ ਕਿਸ ਨੂੰ ਹਰਾਇਆ ਸੀ? ਜੋ ਪਾਣੀਪਤ ਦੀ ਵਿੱਚ ਪਹਿਲੀ ਲੜਾਈ ਹੋਈ ਹੈ, ਉਸ ਲੜਾਈ ਵਿੱਚ ਬਾਬਰ ਨੇ ਕਿਸ ਨੂੰ ਹਰਾਇਆ ਸੀ? ਜਾਣੀ ਕਿ ਉਸ ਰਾਜੇ ਦਾ ਕੀ ਨਾਮ ਸੀ? ਉੱਤਰ ਹੈ ਇਬਰਾਹਿਮ ਲੋਧੀ। ਤਾਂ ਇਬਰਾਹਿਮ ਲੋਧੀ ਨੂੰ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾਇਆ ਸੀ। ਹੁਣ ਅਸੀਂ ਦੂਸਰਾ ਪ੍ਰਸ਼ਨ ਦੇਖਦੇ ਹਾਂ। ਪਾਣੀਪਤ ਦੀ ਲੜਾਈ ਤੋਂ ਪਹਿਲਾਂ ਬਾਬਰ ਕਿਸ ਰਾਜੇ ਨਾਲ ਯੁੱਧ ਕਰ ਚੁੱਕਿਆ ਸੀ? ਬੱਚਿਓ, ਜੋ ਪਾਣੀਪਤ ਦੀ ਲੜਾਈ ਹੋਈ ਹੈ, ਪਹਿਲੀ ਲੜਾਈ ਹੋਈ ਹੈ, ਉਸ ਤੋਂ ਪਹਿਲਾਂ ਵੀ ਬਾਬਰ ਕਿਸੇ ਰਾਜੇ ਨਾਲ ਯੁੱਧ ਕਰ ਚੁੱਕਿਆ ਸੀ। ਅਸੀਂ ਉਸ ਰਾਜੇ ਦਾ ਨਾਮ ਦੱਸਣਾ ਹੈ। ਉਸ ਰਾਜੇ ਦਾ ਨਾਮ ਹੈ ਦੌਲਤ ਖਾਂ। ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਡੱਚ ਈਸਟ ਇੰਡੀਆ ਕੰਪਨੀ ਕਦੋਂ ਭਾਰਤ ਆਈ? ਤਾਂ ਬੱਚੇ, ਸਾਨੂੰ ਪਤਾ ਹੈ ਵੀ ਸਾਡੇ ਭਾਰਤ ਵਿੱਚ ਪੁਰਤਗਾਲੀ, ਡੱਚ, ਫਰਾਂਸੀਸ, ਡੈਨਿਸ਼ ਤੇ ਬ੍ਰਿਟਿਸ਼ ਆਏ ਹਨ। ਤਾਂ ਉਹਦੇ ਵਿੱਚ ਇੱਕ ਡੱਚ ਈਸਟ ਇੰਡੀਆ ਕੰਪਨੀ ਸੀ, ਉਹ ਭਾਰਤ ਵਿੱਚ ਕਦੋਂ ਆਈ ਸੀ? ਇਸ ਦਾ ਉੱਤਰ ਆਪਾਂ ਦੇਣਾ ਹੈ। ਤਾਂ ਉੱਤਰ ਬੱਚਿਓ 1602। ਤਾਂ 1602 ਈਸਵੀ ਵਿੱਚ ਡੱਚ ਈਸਟ ਇੰਡੀਆ ਕੰਪਨੀ ਭਾਰਤ ਆਈ ਸੀ। ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਡੱਚ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ ਕਿਸ ਸ਼ਹਿਰ ਵਿੱਚ ਆਪਣੀ ਫੈਕਟਰੀ ਖੋਲੀ? ਯਾਨੀ ਕਿ ਉਹਨਾਂ ਨੇ ਜਿਹੜੀ ਫੈਕਟਰੀ ਆ, ਕਿਹੜੇ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਫੈਕਟਰੀ ਖੋਲੀ ਸੀ? ਤਾਂ ਉੱਤਰ ਹੈ ਮਸੌਲੀਪਟਨਮ। ਤਾਂ 1602 ਦੇ ਵਿੱਚ ਜਦੋਂ ਉਹ ਆਏ ਸਨ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮਸੌਲੀਪਟਨਮ ਵਿਖੇ 1602 ਵਿੱਚ ਆਪਣੀ ਜਿਹੜੀ ਫੈਕਟਰੀ ਆ ਉਹ ਲਗਾਈ ਸੀ। ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਡੱਚ ਈਸਟ ਇੰਡੀਆ ਕੰਪਨੀ ਕਿਸ ਦੇਸ਼ ਨਾਲ ਸੰਬੰਧਿਤ ਸੀ? ਹੁਣ ਬੱਚੇ ਆਪਾਂ ਦੱਸਣਾ ਵੀ ਜੋ ਡੱਚ ਈਸਟ ਇੰਡੀਆ ਕੰਪਨੀ ਹੈ, ਉਸ ਦਾ ਸੰਬੰਧ ਕਿਹੜੇ ਦੇਸ਼ ਨਾਲ ਸੀ? ਉੱਤਰ ਹੈ ਸਾਡੇ ਕੋਲ ਨੀਦਰਲੈਂਡ, ਜਿਸ ਨੂੰ ਅਸੀਂ ਹਾਲੈਂਡ ਕਹਿੰਦੇ ਹਾਂ। ਪ੍ਰਸ਼ਨ ਨੰਬਰ 6, ਵਾਸਕੋ ਡੀ ਗਾਮਾ ਕਿੱਥੋਂ ਦਾ ਰਹਿਣ ਵਾਲਾ ਸੀ? ਜੋ ਵਾਸਕੋ ਡਾਮਾ ਸਾਡੇ ਦੇਸ਼ ਵਿੱਚ ਆਇਆ ਸੀਗਾ, ਉਹ ਕਿੱਥੋਂ ਦਾ ਰਹਿਣ ਵਾਲਾ ਸੀ? ਉੱਤਰ ਹੈ ਪੁਰਤਗਾਲ। ਤਾਂ ਬੱਚੇ, ਜੋ ਸਾਡੇ ਕੋਲ ਵਾਸਕੋ ਡਾਮਾ ਹੈ, ਇਹ ਸਭ ਤੋਂ ਪਹਿਲਾਂ ਪੁਰਤਗਾਲੀ ਸੀ ਜੋ ਇੰਡੀਆ ਦੇ ਵਿੱਚ ਆਇਆ ਸੀ, ਸਾਊਥ ਅਫਰੀਕਾ ਦੇ ਰਸਤੇ ਰਾਹੀਂ, ਯਾਨੀ ਕਿ ਸਮੁੰਦਰ ਦੇ ਰਸਤੇ ਰਾਹੀਂ ਇਹ ਸਭ ਤੋਂ ਪਹਿਲਾਂ ਭਾਰਤ ਵਿਖੇ ਪਹੁੰਚਿਆ ਸੀ। ਸਾਡੇ ਕੋਲ ਸੱਤਵਾਂ ਪ੍ਰਸ਼ਨ ਹੈ, ਵਾਸਕੋ ਡਾਮਾ ਭਾਰਤ ਕਦੋਂ ਅਤੇ ਕਿੱਥੇ ਪਹੁੰਚਿਆ? ਅਸੀਂ ਪਹਿਲਾਂ ਦੇਖਿਆ ਵੀ ਵਾਸਕੋ ਡਾਮਾ ਪੁਰਤਗਾਲ ਦਾ ਰਹਿਣ ਵਾਲਾ ਸੀਗਾ। ਇਹ ਭਾਰਤ ਵਿੱਚ ਕਦੋਂ ਅਤੇ ਕਿੱਥੇ ਪਹੁੰਚਿਆ ਸੀ? ਬੱਚਿਓ, ਇਸ ਦਾ ਉੱਤਰ ਹੈ 1498। ਤਾਂ 1498 ਈਸਵੀ ਵਿੱਚ ਵਾਸਕੋ ਡਾਮਾ ਭਾਰਤ ਪਹੁੰਚਿਆ ਸੀ। ਕਿੱਥੇ ਪਹੁੰਚਿਆ ਸੀਗਾ? ਕਾਲੀਕਟ। ਤਾਂ ਕਾਲੀਕਟ ਵਿਖੇ ਜਿਹੜਾ ਹੈ ਵਾਸਕੋ ਡਾਮਾ ਸਭ ਤੋਂ ਪਹਿਲਾਂ ਭਾਰਤ ਪਹੁੰਚਿਆ ਸੀ। ਸਾਡੇ ਕੋਲ ਅਗਲਾ ਪ੍ਰਸ਼ਨ ਹੈ, ਵਾਸਕੋ ਡੀ ਗਾਮਾ ਦਾ ਸਵਾਗਤ ਕਰਨ ਵਾਲੇ ਸ਼ਾਸਕ ਦਾ ਨਾਮ ਦੱਸੋ? ਵੀ ਭਾਰਤ ਦੇ ਵਿੱਚ ਜਿਸ ਨੇ ਵਾਸਕੋ ਡੀ ਗਾਮਾ ਦਾ ਸਵਾਗਤ ਕੀਤਾ ਸੀ, ਉਹ ਸ਼ਾਸਕ ਕੌਣ ਸੀ? ਅਸੀਂ ਉਸ ਦਾ ਨਾਮ ਦੱਸਣਾ ਹੈ। ਉੱਤਰ ਹੈ ਜੈਮੋਰਿਨ। ਤਾਂ ਜੈਮੋਰਿਨ ਜੋ ਹਿੰਦੂ ਰਾਜਾ ਸੀ, ਉਸਨੇ ਵਾਸਕੋ ਡੀ ਗਾਮਾ ਦਾ ਸਵਾਗਤ ਕੀਤਾ ਸੀ। ਸਾਡੇ ਕੋਲ ਪ੍ਰਸ਼ਨ ਨੰਬਰ 9 ਹੈ, ਪੁਰਤਗਾਲੀ ਕਿਹੜੀਆਂ ਸਬਜ਼ੀਆਂ ਭਾਰਤ ਲੈ ਕੇ ਆਏ? ਤਾਂ ਬੱਚੇ, ਜੋ ਪੁਰਤਗਾਲੀ ਆਏ ਸੀ ਤਾਂ ਕਿਹੜੀਆਂ ਸਬਜ਼ੀਆਂ ਉਹ ਭਾਰਤ ਵਿੱਚ ਲੈ ਕੇ ਆਏ ਸੀ? ਯਾਨੀ ਕਿ ਉਹ ਸਬਜ਼ੀਆਂ ਪਹਿਲਾਂ ਭਾਰਤ ਵਿੱਚ ਨਹੀਂ ਹੁੰਦੀਆਂ ਸਨ। ਤਾਂ ਉੱਤਰ ਹੈ ਬੱਚਿਓ ਆਲੂ, ਟਮਾਟਰ ਅਤੇ ਹਰੀ ਮਿਰਚ। ਤਾਂ ਜੋ ਸਾਡੇ ਕੋਲੇ ਆਲੂ ਹੈ ਬੱਚਿਓ, ਟਮਾਟਰ ਹੈ ਅਤੇ ਹਰੀ ਮਿਰਚ ਹੈ, ਇਹ ਸਾਨੂੰ ਪੁਰਤਗਾਲੀਆਂ ਦੀ ਦੇਣ ਹੈ। ਤਾਂ ਉਹ ਸਾਡੇ ਦੇਸ਼ ਵਿੱਚ ਲੈ ਕੇ ਆਏ ਸਨ। ਪ੍ਰਸ਼ਨ ਨੰਬਰ 10 ਹੈ ਬੱਚਿਓ, 1600
ਵਿੱਚ ਇੰਗਲੈਂਡ ਦੀ ਕਿਸ ਮਹਾਰਾਣੀ ਨੇ ਈਸਟ ਵਿੱਚ ਵਪਾਰ ਕਰਨ ਲਈ ਈਸਟ ਇੰਡੀਆ ਕੰਪਨੀ ਨੂੰ ਚਾਰਟਰ ਦਿੱਤਾ। ਜਾਣੀ ਕਿ 1600 ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀਗੀ, ਤਾਂ ਕਿਸ ਮਹਾਰਾਣੀ ਨੇ ਈਸਟ ਤੋਂ ਭਾਵ ਇੰਡੀਆ ਨਹੀਂ ਹੈ, ਜੋ ਕਿਉਂਕਿ ਸਾਡਾ ਸਾਊਥ ਦੇ ਵਿੱਚ ਏਸ਼ੀਆ ਦੇ ਵਿੱਚ ਈਸਟ ਵਾਲੇ ਪਾਸੇ ਅਸੀਂ ਲੱਗਦੇ ਹਾਂ, ਉਹਦੇ ਵਿੱਚ ਵਪਾਰ ਕਰਨ ਲਈ ਈਸਟ ਇੰਡੀਆ ਕੰਪਨੀ ਨੂੰ ਚਾਰਟਰ ਜਾਣੀ ਕਿ ਲਾਇਸੈਂਸ ਉਹਨਾਂ ਨੂੰ ਦਿੱਤਾ ਸੀ। ਤਾਂ ਅਸੀਂ ਦੱਸਣਾ ਵੀ ਉਹ ਕਿਹੜੀ ਰਾਣੀ ਸੀ। ਤਾਂ ਉੱਤਰ ਹੈ ਬੱਚਿਓ ਰਾਣੀ ਐਲਿਜ਼ਾਬੈਥ ਇੱਕ। ਰਾਣੀ ਐਲਿਜ਼ਾਬੈਥ ਪਹਿਲੀ ਨੇ ਇਹ ਚਾਰਟਰ ਦਿੱਤਾ ਸੀ। ਸਾਡੇ ਕੋਲ ਪ੍ਰਸ਼ਨ ਨੰਬਰ 11 ਹੈ, ਜਦੋਂ ਅੰਗਰੇਜ਼ ਭਾਰਤ 'ਚ ਵਪਾਰ ਕਰਨ ਆਏ ਤਾਂ ਉਦੋਂ ਮੁਗਲ ਰਾਜਾ ਕੌਣ ਸੀ? ਬੱਚੇ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਸਨ ਉਦੋਂ ਮੁਗਲ ਰਾਜਾ ਕੌਣ ਸੀ? ਉੱਤਰ ਹੈ ਸਾਡੇ ਕੋਲ ਜਹਾਂਗੀਰ। ਤਾਂ ਜਹਾਂਗੀਰ ਸੀ ਉਦੋਂ ਮੁਗਲ ਰਾਜਾ। ਸਾਡੇ ਕੋਲ ਪ੍ਰਸ਼ਨ 12 ਹੈ, ਅੰਗਰੇਜ਼ ਅਫਸਰ ਹਾਕਿੰਸ ਕਦੋਂ ਭਾਰਤ ਆਇਆ? ਜੋ ਹਾਕਿੰਸ ਸੀਗਾ ਉਹ ਕਦੋਂ ਭਾਰਤ ਆਇਆ ਸੀਗਾ? ਤਾਂ ਬੱਚੋ ਇਸ ਦਾ ਉੱਤਰ ਹੈ 1605 ਈਸਵੀ ਵਿੱਚ ਜੋ ਹਾਕਿੰਗ ਆ ਉਹ ਭਾਰਤ ਆਇਆ ਸੀਗਾ। ਕਿਹੜੇ ਸ਼ਿਪ ਵਿੱਚ ਆਇਆ ਸੀਗਾ? ਉਸ ਜਹਾਜ਼ ਦਾ ਨਾਮ ਹੈਗਾ, ਉਸਦਾ ਨਾਮ ਹੈ ਹੈਕਟਰ। ਠੀਕ ਹੈ ਬੱਚਿਓ, ਤੇ ਯਾਦ ਰੱਖਣਾਗਾ ਕਈ ਬੁੱਕਸ ਵਿੱਚ ਇਸ ਦਾ ਉੱਤਰ 1608 ਈਸਵੀ ਵੀ ਦਿੱਤਾ ਹੈ, ਤਾਂ 1605 ਈਸਵੀ ਜਿਹੜਾ ਹੈਗਾ ਉਹ ਸਹੀ ਹੈ। ਉਸ ਤੋਂ ਬਾਅਦ ਸਾਡੇ ਕੋਲ ਪ੍ਰਸ਼ਨ ਨੰਬਰ 13, ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ? ਤਾਂ ਬੱਚੇ ਇਹ ਮੈਂ ਦੱਸਣਾ ਹੈ। ਤਾਂ ਇਸ ਦਾ ਉੱਤਰ ਹੈ 1613 ਈਸਵੀ ਸੂਰਤ। ਤਾਂ 1613 ਈਸਵੀ ਵਿੱਚ ਸੂਰਤ ਵਿਖੇ ਅੰਗਰੇਜ਼ਾਂ ਨੇ ਆਪਣੀ ਜਿਹੜੀ ਪਹਿਲੀ ਫੈਕਟਰੀ ਆ ਉਹ ਸਥਾਪਿਤ ਕੀਤੀ ਸੀ। ਕਿਉਂਕਿ 1612 ਈਸਵੀ ਵਿੱਚ ਜੋ ਅੰਗਰੇਜ਼ ਹੈ ਉਹ ਪੁਰਤਗਾਲਾਂ ਨਾਲ ਉਹਨਾਂ ਨੇ ਇੱਕ ਲੜਾਈ ਲੜੀ ਸੀ ਸਵਾਲੀ ਵਿਖੇ 1612 ਦੇ ਵਿੱਚ। ਠੀਕ ਹੈ, ਉਸ ਲੜਾਈ ਤੋਂ ਪ੍ਰਭਾਵਿਤ ਹੋ ਕੇ ਜੋ ਮੁਗਲ ਰਾਜਾ ਸੀਗਾ ਜਹਾਂਗੀਰ, ਤਾਂ ਉਸਨੇ ਅੰਗਰੇਜ਼ ਕੰਪਨੀ ਨੂੰ ਬ੍ਰਿਟਿਸ਼ ਨੂੰ ਫੈਕਟਰੀ ਸਥਾਪਿਤ ਕਰਨ ਦੀ ਜੋ ਇਜਾਜ਼ਤ ਉਹ ਦੇ ਦਿੱਤੀ ਸੀ। ਤਾਂ ਇਸ ਕਰਕੇ 1613 ਈਸਵੀ ਵਿੱਚ ਵਿਖੇ ਜਿਹੜੀ ਹੈਗੀ ਸੂਰਤ ਵਿਖੇ ਅੰਗਰੇਜ਼ਾਂ ਨੇ ਆਪਣੀ ਜੋ ਪਹਿਲੀ ਫੈਕਟਰੀ ਹੈ ਉਹ ਸਥਾਪਿਤ ਕੀਤੀ ਸੀ। ਪ੍ਰਸ਼ਨ ਨੰਬਰ 14 ਹੈ ਬੱਚਿਓ, ਅੰਗਰੇਜ਼ ਅਫਸਰ ਥਾਮਸ ਰਾਏ ਭਾਰਤ ਕਦੋਂ ਆਇਆ? ਜੋ ਥਾਮਸ ਰਾਏ ਹੈ ਭਾਰਤ ਕਦੋਂ ਆਇਆ ਸੀਗਾ? ਤਾਂ ਬੱਚਿਓ ਇਹ ਇੱਕ ਅੰਬੈਸਡਰ ਦੇ ਤੌਰ ਤੇ ਆਇਆ ਸੀਗਾ। ਜੋ ਜੇਮਜ਼ ਵਨ ਸੀਗਾ ਇੰਗਲੈਂਡ ਦਾ ਰਾਜਾ, ਉਸਨੇ ਇਸ ਨੂੰ ਭਾਰਤ ਭੇਜਿਆ ਸੀਗਾ ਤਾਂ ਕਿ ਉਹ ਇੰਡੀਆ ਦੇ ਵੱਖ-ਵੱਖ ਭਾਗਾਂ ਵਿੱਚ ਜਿਹੜੀਆਂ ਆਪਣੀਆਂ ਫੈਕਟਰੀਆਂ ਸਥਾਪਿਤ ਕਰਨ ਦੀ ਜਿਹੜੀ ਪਰਮਿਸ਼ਨ ਆ ਉਹ ਜਹਾਂਗੀਰ ਤੋਂ ਲੈ ਸਕੇ। ਤੇ ਬੱਚਿਓ ਆਗਰਾ ਵਿਖੇ ਪਹੁੰਚਿਆ ਸੀਗਾ। ਤਾਂ 1615 ਈਸਵੀ ਵਿੱਚ ਜਿਹੜਾ ਹੈਗਾ ਉਹ ਭਾਰਤ ਆਇਆ ਸੀ, ਜਹਾਂਗੀਰ ਨੂੰ ਮਿਲਿਆ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਆਗਰਾ, ਅਹਿਮਦਾਬਾਦ, ਫਿਰੋਜ਼ਪੁਰ ਵਿਖੇ ਜਿਹੜੀਆਂ ਆਪਣੀਆਂ ਫੈਕਟਰੀਆਂ ਸਥਾਪਿਤ ਕਰਨ ਦੀ ਮਨਜ਼ੂਰੀ ਜਹਾਂਗੀਰ ਤੋਂ ਲੈ ਲਈ ਸੀ 1615। ਹੁਣ ਬੱਚਿਓ ਸਾਡੇ ਕੋਲ ਹੈ ਪ੍ਰਸ਼ਨ ਨੰਬਰ 15, ਅੰਗਰੇਜ਼ਾਂ ਅਤੇ ਪੁਰਤਗਾਲੀਆਂ ਵਿੱਚ ਪਹਿਲੀ ਲੜਾਈ ਦਾ ਸਥਾਨ ਅਤੇ ਸਾਲ ਦੱਸੋ। ਤਾਂ ਬੱਚਿਓ ਆਪਾਂ ਹੁਣੇ ਪੜ੍ਹਿਆਗਾ ਵੀ ਅੰਗਰੇਜ਼ਾਂ ਨੇ ਪੁਰਤਗਾਲੀਆਂ ਨਾਲ ਲੜਾਈ ਲੜੀ ਸੀਗੀ 1612 ਈਸਵੀ ਦੇ ਵਿੱਚ। ਤਾਂ ਸਥਾਨ ਕੀ ਸੀਗਾ? ਸਥਾਨ ਸੀਗਾ ਸਾਡੇ ਕੋਲ ਸਵਾਲੀ। ਤਾਂ ਆਪਾਂ ਉੱਤਰ ਦੇਖਦੇ ਹਾਂ ਬੱਚਿਓ, ਸੂਰਤ ਦੇ ਨੇੜੇ ਸਵਾਲੀ। ਤਾਂ ਸਵਾਲੀ ਵਿਖੇ ਅੰਗਰੇਜ਼ਾਂ ਤੇ ਪੁਰਤਗਾਲੀਆਂ ਵਿੱਚ ਲੜਾਈ ਹੋਈ ਸੀ 1612 ਈਸਵੀ ਵਿੱਚ। ਤਾਂ ਇਸ ਲੜਾਈ ਤੋਂ ਬਾਅਦ ਹੀ ਜੋ ਅੰਗਰੇਜ਼ਾਂ ਨੇ ਜਿਹੜੀ ਇੰਡੀਆ ਵਿੱਚ ਆਪਣੀਆਂ ਜਿਹੜੀਆਂ ਫੈਕਟਰੀਆਂ ਉਹ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਹਾਂਗੀਰ ਹੁੰਦਾ ਸਾਡੇ ਕੋਲ ਮੁਗਲ ਰਾਜਾ ਸੀਗਾ, ਉਸ ਤੋਂ ਇਹਨਾਂ ਨੇ ਪਰਮਿਸ਼ਨ ਜਿਹੜੀ ਲੈ ਲਈ ਸੀ। ਤੇ ਜਹਾਂਗੀਰ ਜੋ ਮੁਗਲ ਰਾਜਾ ਸੀਗਾ ਇਸ ਲੜਾਈ ਤੋਂ ਕਾਫੀ ਪ੍ਰਭਾਵਿਤ ਹੋਇਆ ਸੀਗਾ। ਪ੍ਰਸ਼ਨ ਨੰਬਰ 16, ਸਿਰਾਜ ਉਦ ਦੌਲਾ ਕਿਸ ਸ਼ਹਿਰ ਦਾ ਨਵਾਬ ਸੀ? ਬੱਚੋ ਆਪਾਂ ਦੱਸਣਾਗਾ ਕਿੱਥੇ ਦਾ ਨਵਾਬ ਸੀਗਾ? ਬੰਗਾਲ। ਤਾਂ ਸਿਰਾਜ ਉਦ ਦੌਲਾ ਕਿਸ ਸ਼ਹਿਰ ਦਾ ਨਵਾਬ ਸੀਗਾ? ਬੰਗਾਲ। ਤਾਂ ਬੰਗਾਲ ਦਾ ਉਹ ਨਵਾਬ ਸੀ। ਪ੍ਰਸ਼ਨ ਨੰਬਰ 17 ਬੱਚਿਓ, ਸਿਰਾਜ ਉਦ ਦੌਲਾ ਨਾਲ ਪਲਾਸੀ ਦੀ ਲੜਾਈ ਵਿੱਚ ਮੁਕਾਬਲਾ ਕਰਨ ਵਾਲੇ ਅੰਗਰੇਜ਼ ਆਰਮੀ ਅਫਸਰ ਦਾ ਨਾਮ ਦੱਸੋ। ਬੱਚੇ ਜਦੋਂ ਪਲਾਸੀ ਦੀ ਲੜਾਈ ਹੋਈ ਆ ਤਾਂ ਉਹ ਕਿਹੜਾ ਅੰਗਰੇਜ਼ ਅਫਸਰ ਸੀਗਾ ਉਹਦਾ ਆਪਾਂ ਨਾਮ ਦੱਸਣਾ ਹੈ। ਰਾਬਰਟ ਕਲਾਈਵ। ਪ੍ਰਸ਼ਨ ਨੰਬਰ 18, ਬੱਚੇ ਇੱਕ ਪਲਾਸ ਦਰਖਤ ਹੈ
ਪਲਾਸ ਦਰਖਤ ਦੀ ਵਿਸ਼ੇਸ਼ਤਾ ਕੀ ਹੈ, ਇਹ ਆਪਾਂ ਦੱਸਣੀ ਹੈ। ਪਲਾਸੀ ਲੜਾਈ ਦੇਖੀ, ਹੁਣ ਆਪਾਂ ਦੇਖਣਾ ਪਲਾਸ ਦਰਖਤ। ਪਲਾਸ ਦਰਖਤ ਦੀ ਕੀ ਵਿਸ਼ੇਸ਼ਤਾ ਹੈ? ਤਾਂ ਬੱਚੇ ਜੋ ਇਹ ਦਰਖਤ ਹੈ ਇਹ ਖੁਸ਼ਬੂਦਾਰ ਹੋਣ ਦੇ ਨਾਲ ਵੱਖ-ਵੱਖ ਰੰਗਾਂ ਦੇ ਪੱਤਿਆਂ ਭਰਪੂਰ ਦਰਖਤ, ਜਿਸ ਦੀ ਵਰਤੋਂ ਨੈਚੁਰਲ ਰੰਗ ਬਣਾਉਣ ਲਈ ਕੀਤੀ ਜਾਂਦੀ ਹੈ। ਤਾਂ ਬੱਚਿਓ ਇਹਦੇ ਜੋ ਪੱਤੇ ਹੁੰਦੇ ਆ ਖੁਸ਼ਬੂਦਾਰ ਤਾਂ ਹੁੰਦੇ ਹੈ ਤੇ ਉਹਦੇ ਵੱਖ-ਵੱਖ ਰੰਗਾਂ ਦੇ ਵੀ ਹੁੰਦੇ ਹੈ ਤੇ ਇਸਦੇ ਜੋ ਪੱਤੇ ਹੈਗੇ ਜੋ ਅਸੀਂ ਨੈਚੁਰਲ ਰੰਗ ਬਣਾਉਣੇ ਆ ਉਹਨਾਂ ਬਣਾਉਣ ਲਈ ਇਸਦੀ ਜਿਹੜੀ ਵਰਤੋਂ ਆ ਉਹ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 19 ਬਲੈਕ ਹੋਲ ਟ੍ਰੈਜਡੀ ਕਿਸ ਸ਼ਹਿਰ ਵਿੱਚ ਹੋਈ? ਤਾਂ ਬੱਚੇ ਜੋ ਬਲੈਕ ਹੋਲ ਟ੍ਰੈਜਡੀ ਹੋਈ ਸੀਗੀ ਤੁਸੀਂ ਪੜ੍ਹਿਆ ਹੋਵੇਗਾ, ਇਹ ਕਿਹੜੇ ਸ਼ਹਿਰ ਵਿੱਚ ਹੋਈ ਸੀ? ਤਾਂ ਇਸ ਦਾ ਉੱਤਰ ਹੈ ਕਲਕੱਤਾ ਵਿੱਚ। ਠੀਕ ਹੈ ਬੱਚਿਓ, ਤਾਂ ਕਲਕੱਤਾ ਵਿੱਚ ਵਿਲੀਅਮ ਫੋਰਟ ਸੀਗਾ, ਉਹਦੇ ਵਿੱਚ ਕਾਫੀ ਅੰਗਰੇਜ਼ ਅਫਸਰਾਂ ਨੂੰ ਲਗਭਗ 146 ਅਫਸਰਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਇੱਕ ਕਮਰੇ 'ਚ ਬੰਦ ਕਰ ਦਿੱਤਾ ਸੀਗਾ। ਜਿਹਦੇ ਵਿੱਚ ਬਹੁਤੇ ਜਿਹੜੇ ਹੈਗੇ ਉਹ ਦਮ ਘੁੱਟਣ ਨਾਲ ਮਰ ਗਏ ਸਨ। ਇਸ ਕਰਕੇ ਇਸ ਟ੍ਰੈਜਡੀ ਨੂੰ ਬਲੈਕ ਹੋਲ ਟ੍ਰੈਜਡੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 20 ਪਲਾਸੀ ਦੀ ਲੜਾਈ ਉਪਰੰਤ ਬੰਗਾਲ ਦਾ ਨਵਾਬ ਕੌਣ ਬਣਿਆ? ਬੱਚੇ ਜਦੋਂ ਪਲਾਸੀ ਦੀ ਲੜਾਈ ਹੈ ਉਸ ਵਿੱਚ ਅੰਗਰੇਜ਼ ਜਿੱਤ ਗਏ ਸਨ, ਠੀਕ ਹੈ, ਤਾਂ ਉਹਦੇ ਵਿੱਚ ਜੋ ਬੰਗਾਲ ਦਾ ਨਵਾਬ ਆ ਫਿਰ ਉਹ ਕੌਣ ਬਣਿਆ? ਜਾਣੀ ਕਿ ਅੰਗਰੇਜ਼ਾਂ ਨੇ ਕਿਹਨੂੰ ਬਣਾਇਆ ਸੀਗਾ? ਉਹ ਸੀਗਾ ਮੀਰ ਜਾਫਰ। ਤਾਂ ਮੀਰ ਜਾਫਰ ਨੂੰ ਅੰਗਰੇਜ਼ਾਂ ਨੇ ਜੋ ਬੰਗਾਲ ਦਾ ਨਵਾਬ ਆ ਉਹ ਪਲਾਸੀ ਲੜਾਈ ਤੋਂ ਬਾਅਦ ਬਣਾ ਦਿੱਤਾ ਸੀ। ਪ੍ਰਸ਼ਨ ਨੰਬਰ 21 ਅੰਗਰੇਜ਼ਾਂ ਨੂੰ ਬੰਗਾਲ ਵਿੱਚ ਵਪਾਰ ਕਰਨ ਦੀ ਛੋਟ ਦੇਣ ਦਾ ਪ੍ਰਮਾਣ ਜਾਰੀ ਕਰਨ ਵਾਲਾ ਮੁਗਲ ਸ਼ਾਸਕ ਕੌਣ ਸੀ? ਤਾਂ ਬੱਚੋ ਕੌਣ ਸੀਗਾ? ਫਰਖਸ਼ੀਰ। ਜੋ ਫਰਖਸ਼ੀਰ ਸੀਗਾ ਮੁਗਲ ਰਾਜਾ, ਤਾਂ ਉਸਨੇ 1717 ਈਸਵੀ ਵਿੱਚ ਅੰਗਰੇਜ਼ਾਂ ਨੂੰ ਵਪਾਰ ਕਰਨ ਦਾ ਇੱਕ ਪ੍ਰਮਾਣ ਜਾਰੀ ਕਰਤਾ ਸੀ, ਜਿਸ ਨੂੰ ਮੈਗਨਾ ਕਾਰਟ ਵੀ ਬੋਲਦੇ ਹਨ। ਇਸ ਨੂੰ ਕੀ ਬੋਲਦੇ ਹਨ? ਮੈਗਨਾ ਕਾਰਟਰ। ਠੀਕ ਹੈ ਬੱਚਿਓ, ਤਾਂ ਉਹ ਕੰਪਨੀ ਦੇ ਦਿੱਤਾ ਸੀਗਾ, ਜਿਹਦੇ ਨਾਲ ਉਹ ਕੰਪਨੀ ਦੀ ਫ੍ਰੀ ਟ੍ਰੇਡਿੰਗ ਆ ਉਹ ਬੰਗਾਲ, ਤਾਂ ਉਸਨੂੰ ਬੰਗਾਲ, ਗੁਜਰਾਤ ਅਤੇ ਹੈਦਰਾਬਾਦ ਵਿੱਚ ਆ ਜੋ ਫ੍ਰੀ ਟ੍ਰੇਡ ਕਰਨ ਦੀ ਜਿਹੜੀ ਹੈਗੀ ਉਹਨਾਂ ਨੂੰ ਉਹ ਮਨਜ਼ੂਰੀ ਇਸ ਮੈਗਨਾ ਕਾਰਟ ਦੁਆਰਾ ਜੋ ਮੁਗਲ ਸ਼ਾਸਕ ਸੀਗਾ ਫਰਖਸ਼ੀਰ ਉਸਨੇ ਅੰਗਰੇਜ਼ਾਂ ਨੂੰ ਦੇ ਦਿੱਤੀ ਸੀ। ਪ੍ਰਸ਼ਨ ਨੰਬਰ 22 ਫਰਾਂਸੀਸੀ ਈਸਟ ਇੰਡੀਆ ਕੰਪਨੀ ਨੂੰ ਭਾਰਤ ਵੱਲ ਭੇਜਣ ਵਾਲਾ ਫਰਾਂਸ ਦਾ ਰਾਜਾ ਕੌਣ ਸੀ? ਤਾਂ ਬੱਚੇ ਤੁਹਾਨੂੰ ਦੱਸਿਆ ਵੀ ਆਪਣੇ ਦੇਸ਼ ਫਰਾਂਸੀਸੀ, ਡੱਚ, ਪੁਰਤਗਾਲੀ, ਡੈਨਿਸ਼ ਅੰਗਰੇਜ਼ ਆਏ ਸਨ। ਤਾਂ ਜੋ ਫਰਾਂਸੀਸੀ ਈਸਟ ਇੰਡੀਆ ਕੰਪਨੀ ਭਾਰਤ ਆਈ ਸੀਗੀ, ਉਹਨੂੰ ਜੋ ਭਾਰਤ ਵੱਲ ਭੇਜਿਆ ਸੀਗਾ ਉਹ ਫਰਾਂਸ ਦਾ ਕਿਹੜੇ ਰਾਜੇ ਨੇ ਭੇਜੀ ਸੀ? ਜਿਸ ਤਰ੍ਹਾਂ ਸਾਡੇ ਕੋਲ ਈਸਟ ਇੰਡੀਆ ਕੰਪਨੀ ਸੀਗੀ ਬ੍ਰਿਟਿਸ਼ ਦੀ, ਉਸਨੂੰ ਰਾਣੀਆਂ ਐਲਿਜ਼ਾਬੈਥ ਨੇ ਪਹਿਲੀ ਨੇ ਭੇਜਿਆ ਸੀਗਾ। ਤਾਂ ਇਸ ਤਰ੍ਹਾਂ ਜੋ ਫਰਾਂਸੀਸੀ ਦੀ ਈਸਟ ਇੰਡੀਆ ਕੰਪਨੀ ਹੈ ਉਹਨੂੰ ਭਾਰਤ ਭੇਜਣ ਵਾਲਾ ਫਰਾਂਸ ਦਾ ਰਾਜਾ ਕੌਣ ਸੀ? ਅਸੀਂ ਇਹ ਦੱਸਣਾ ਹੈ। ਕਿੰਗ ਲੂਇਸ। ਠੀਕ ਹੈ ਬੱਚਿਓ, ਕਿੰਗ ਲੂਇਸ 14। ਤਾਂ ਕਿੰਗ ਲੂਇਸ ਸੀਗਾ ਜਿਸਨੇ ਫਰਾਂਸੀਸੀ ਕੰਪਨੀ ਨੂੰ ਭਾਰਤ ਵੱਲ ਭੇਜਿਆ ਸੀ। ਫਰਾਂਸੀਸੀਆਂ ਨੇ ਆਪਣੀ ਪਹਿਲੀ ਬਸਤੀ ਕਿਸ ਸ਼ਹਿਰ ਵਿੱਚ ਅਤੇ ਕਦੋਂ ਸਥਾਪਿਤ ਕੀਤੀ? ਤਾਂ ਜੋ ਫਰਾਂਸੀਸੀ ਸੀਗਾ ਉਹਨਾਂ ਨੇ ਜਿਹੜੀ ਆਪਣੀ ਪਹਿਲੀ ਬਸਤੀ ਆ ਉਹ ਕਿਹੜੇ ਸ਼ਹਿਰ ਵਿੱਚ ਅਤੇ ਕਦੋਂ ਸਥਾਪਿਤ ਕੀਤੀ ਸੀ? ਇਹਦਾ ਆਪਾਂ ਬੱਚਿਓ ਉੱਤਰ ਦੇਣਾ ਹੈ। ਉੱਤਰ ਆ ਬੱਚਿਓ ਸੂਰਤ। ਤਾਂ ਸੂਰਤ ਵਿੱਚ 1668 ਈਸਵੀ ਵਿੱਚ ਤਾਂ ਫਰਾਂਸ ਨੇ ਆਪਣੀ ਜੋ ਪਹਿਲੀ ਫੈਕਟਰੀ ਆ ਉਹ ਸਥਾਪਿਤ ਕੀਤੀ ਸੀ। ਸਵਾਲੀ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਤਾਂ ਬੱਚਿਓ ਪਹਿਲਾਂ ਵੀ ਪ੍ਰਸ਼ਨ ਸਾਡੇ ਕੋਲ ਆ ਚੁੱਕਿਆ ਹੈ ਕਿ ਜੋ ਸਵਾਲੀ ਦੀ ਲੜਾਈ ਹੈ, ਠੀਕ ਹੈ, ਉਹ ਕਦੋਂ ਅਤੇ ਕਿਹਨਾਂ ਦੇ ਵਿਚਕਾਰ ਹੋਈ ਸੀਗੀ? ਤਾਂ ਤੁਹਾਨੂੰ ਸਭ ਨੂੰ ਪਤਾ ਹੈ, ਪਹਿਲਾਂ ਪ੍ਰਸ਼ਨ ਆ ਚੁੱਕਿਆ ਅੰਗਰੇਜ਼ਾਂ ਅਤੇ ਪੁਰਤਗਾਲੀਆਂ ਵਿਚਕਾਰ 1612 ਈਸਵੀ ਵਿੱਚ। ਬੱਚਿਓ ਅਗਲਾ ਪ੍ਰਸ਼ਨ ਹੈ ਬਾਂਡੀਵਾਸ਼ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਬਾਂਡੀਵਾਸ਼ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਬੱਚਿਓ ਉੱਤਰ ਹੈ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1760 ਈਸਵੀ ਵਿੱਚ ਜਿਹੜੀ ਇਹ ਬਾਂਡੀਵਾਸ਼ ਦੀ ਲੜਾਈ ਹੋਈ ਸੀ। ਤਾਂ ਇਸ ਲੜਾਈ ਤੋਂ ਬਾਅਦ ਫਰਾਂਸੀਸੀਆਂ ਦਾ ਲਗਭਗ ਜੋ ਇੰਡੀਆ ਦੇ ਵਿੱਚੋਂ ਉਹ ਜੋ ਰਾਜ ਆਪਾਂ ਕਹਿ ਦਈਏ ਉਹ ਲਗਭਗ ਖਤਮ ਹੋ ਗਿਆ ਸੀ। ਤਾਂ ਹੌਲੀ ਹੌਲੀ ਜਿਹੜੇ ਫਰਾਂਸੀਸੀ ਆ ਇਸ ਲੜਾਈ ਤੋਂ ਬਾਅਦ ਇੰਡੀਆ ਛੱਡ ਕੇ ਚਲੇ ਗਏ। ਪ੍ਰਸ਼ਨ ਨੰਬਰ 26 ਬੇਦਾਰਾ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਬੇਦਾਰਾ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ?
ਬੱਚਿਓ ਉੱਤਰ ਹੈ ਅੰਗਰੇਜ਼ਾਂ ਅਤੇ ਡੱਚ ਵਿਚਕਾਰ। ਅੰਗਰੇਜ਼ਾਂ ਅਤੇ ਡੱਚ ਦੇ ਵਿਚਕਾਰ 1759 ਈਸਵੀ ਵਿੱਚ ਜਿਹੜੀ ਇਹ ਲੜਾਈ ਆ ਉਹ ਹੋਈ ਸੀ। ਠੀਕ ਹੈ ਬੱਚਿਓ। ਪ੍ਰਸ਼ਨ ਨੰਬਰ 27, ਪੁਰਤਗਾਲੀਆਂ ਨੇ ਅੰਗਰੇਜ਼ਾਂ ਨੂੰ ਭਾਰਤ ਦਾ ਕਿਹੜਾ ਸ਼ਹਿਰ ਦਾਜ ਵਜੋਂ ਭੇਂਟ ਕੀਤਾ ਸੀ? ਕਾਫੀ ਮਸ਼ਹੂਰ ਪ੍ਰਸ਼ਨ ਹੈ ਬੱਚਿਓ। ਜੋ ਪੁਰਤਗਾਲੀ ਸੀਗੇ, ਠੀਕ ਹੈ, ਤਾਂ ਉਹਨਾਂ ਨੇ ਅੰਗਰੇਜ਼ਾਂ ਨੂੰ ਇੱਕ ਭਾਰਤ ਦਾ ਜਿਹੜਾ ਸ਼ਹਿਰ ਹੈ ਉਹ ਦਾਜ ਵਜੋਂ ਭੇਂਟ ਕਰ ਦਿੱਤਾ ਸੀਗਾ। ਬੱਚਿਓ ਕੌਣ ਹੈ? ਬੰਬਈ, ਜਿਹਨੂੰ ਅਸੀਂ ਹੁਣ ਮੁੰਬਈ ਕਹਿੰਦੇ ਹਾਂ। ਤਾਂ ਪੁਰਤਗਾਲੀਆਂ ਨੇ ਇਹ ਦਾਜ ਵਜੋਂ, ਕਿਉਂਕਿ ਜੋ ਪੁਰਤਗਾਲ ਦੀ ਰਾਣੀ ਸੀਗੀ ਉਸਦਾ ਇੰਗਲੈਂਡ ਦੇ ਰਾਜੇ ਨਾਲ ਵਿਆਹ ਹੋ ਗਿਆ ਸੀ, ਇਸ ਕਰਕੇ ਪੁਰਤਗਾਲੀਆਂ ਨੇ ਬੰਬਈ ਸ਼ਹਿਰ ਨੂੰ, ਜਿਸ ਨੂੰ ਅਸੀਂ ਮੁੰਬਈ ਕਹਿੰਦੇ ਹਾਂ, ਉਹ ਅੰਗਰੇਜ਼ਾਂ ਨੂੰ ਮਤਲਬ ਦਾਜ ਵਜੋਂ ਦੇ ਦਿੱਤਾ ਸੀ। ਪ੍ਰਸ਼ਨ ਨੰਬਰ 28, ਬਕਸਰ ਦਾ ਯੁੱਧ ਕਦੋਂ ਅਤੇ ਕਿਹਨਾਂ ਵਿਚਕਾਰ ਹੋਇਆ? ਤਾਂ ਬੱਚੇ ਤੁਹਾਨੂੰ ਪਤਾ ਜੀ ਬਕਸਰ ਯੁੱਧ ਕਾਫੀ ਇਹ ਵੀ ਇੰਪੋਰਟੈਂਟ ਹੈ ਇਤਿਹਾਸ ਦੇ ਵਿੱਚ। ਇਹ ਕਦੋਂ ਅਤੇ ਕਿਹਨਾਂ ਵਿਚਕਾਰ ਹੋਇਆ ਸੀ? ਤਾਂ ਬੱਚੇ ਜੋ ਬਕਸਰ ਦਾ ਯੁੱਧ ਹੈ ਇਹ 1764 ਈਸਵੀ ਵਿੱਚ ਹੋਇਆ ਸੀਗਾ ਅੰਗਰੇਜ਼ਾਂ ਵਿਚਕਾਰ ਅਤੇ ਮੀਰ ਕਾਸਿਮ, ਸ਼ਾਹ ਜਉਦੁੱਲਾ ਅਤੇ ਸ਼ਾਹ ਆਲਮ II। ਠੀਕ ਹੈ, ਜੋ ਸ਼ਾਹ ਆਲਮ II ਸੀ ਇਹ ਭਾਰਤ ਦਾ ਮੂਲ ਰਾਜਾ ਸੀਗਾ, ਇਹ ਬੰਗਾਲ ਦਾ ਸੀ, ਇੱਕ ਅਵਧ ਦਾ ਸੀ ਬੱਚਿਓ। ਤਾਂ ਜਿਹੜੀ ਇਹਨਾਂ ਵਿਚਕਾਰ ਆ, ਠੀਕ ਹੈ, ਉਹ ਲੜਾਈ ਹੋਈ ਸੀ 1764 ਈਸਵੀ ਵਿੱਚ। ਪਲਾਸੀ ਦੀ ਲੜਾਈ ਕਦੋਂ ਹੋਈ ਸੀਗੀ? 1700, ਜੋ ਬੱਚਿਓ ਪਲਾਸੀ ਦੀ ਲੜਾਈ ਹੈ ਉਹ ਤੁਹਾਨੂੰ ਪਤਾ ਹੈ, ਯਾਦ ਰੱਖ ਲਓ। ਪਲਾਸੀ ਦੀ ਲੜਾਈ 1757 ਚ, ਤੇ ਜੋ ਬਕਸਰ ਦਾ ਯੁੱਧ ਹੈ ਇਹ 1764 ਈਸਵੀ ਵਿੱਚ ਹੋਇਆ ਸੀਗਾ। ਤਾਂ ਇਸ ਦੇ ਵਿੱਚ ਵੀ ਜਿਹੜੀ ਅੰਗਰੇਜ਼ਾਂ ਦੀ ਉਹ ਜਿੱਤ ਹੋਈ ਸੀ। ਪ੍ਰਸ਼ਨ ਨੰਬਰ 29, ਬਕਸਰ ਦੇ ਯੁੱਧ ਵਿੱਚ ਅੰਗਰੇਜ਼ਾਂ ਦੀ ਅਗਵਾਈ ਕਿਸ ਨੇ ਕੀਤੀ? ਬੱਚੇ ਜੋ ਬਕਸਰ ਯੁੱਧ ਹੋਇਆ ਸੀ ਇਹਦੇ ਵਿੱਚ ਅੰਗਰੇਜ਼ਾਂ ਦੀ ਅਗਵਾਈ ਕਰਨ ਵਾਲਾ ਕੌਣ ਸੀ? ਦੇਖੋ ਅਸੀਂ ਉੱਪਰ ਦੇਖਿਆ ਹੈ ਵੀ ਜੋ ਸਾਡੇ ਭਾਰਤ ਦੇ ਰਾਜੇ ਸਨ ਉਹ ਸਨ ਮੀਰ ਕਾਸਿਮ, ਸ਼ਾਹ ਜਉਦੌਲਾ, ਸ਼ਾਹ ਆਲਮ II। ਲੇਕਿਨ ਜੋ ਅੰਗਰੇਜ਼ਾਂ ਦੀ ਅਗਵਾਈ ਕਿਸ ਨੇ ਕੀਤੀ ਸੀ? ਉਹ ਅੰਗਰੇਜ਼ ਅਫਸਰ ਕਿਹੜਾ ਸੀ? ਉਹ ਹੈ ਕੈਪਟਨ ਮੁਨਰੋ। ਤਾਂ ਕੈਪਟਨ ਮੁਨਰੋ ਨੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀ ਬਕਸਰ ਦੇ ਯੁੱਧ ਵਿੱਚ। ਪ੍ਰਸ਼ਨ ਨੰਬਰ 30, ਬਕਸਰ ਦੇ ਯੁੱਧ ਤੋਂ ਬਾਅਦ ਕਿਹੜੀ ਸੰਧੀ ਹੋਈ? ਬੱਚੇ ਜਦੋਂ ਇਹ ਬਕਸਰ ਯੁੱਧ ਹੋ ਗਿਆ ਸੀਗਾ ਤਾਂ ਉਸ ਤੋਂ ਬਾਅਦ ਇੱਕ ਸੰਧੀ ਹੋਈ ਸੀ, ਉਸ ਦਾ ਆਪਾਂ ਨਾਮ ਦੱਸਣਾ ਹੈ। ਕਿਹੜੀ ਸੰਧੀ ਹੈ? ਉਹ ਹੈ ਇਲਾਹਾਬਾਦ ਦੀ ਸੰਧੀ। ਤਾਂ ਇਲਾਹਾਬਾਦ ਦੀ ਸੰਧੀ ਹੋਈ ਸੀ 1765 ਈਸਵੀ ਦੇ ਵਿੱਚ। ਤਾਂ ਬੱਚਿਓ ਅੱਜ ਦੇ ਇਸ ਲੈਕਚਰ ਵਿੱਚ ਤੁਹਾਨੂੰ 30 ਪ੍ਰਸ਼ਨ ਕਰਾਏ ਹਨ, ਤਾਂ ਤੁਸੀਂ ਇਸ ਦਾ ਪਾਰਟ 2 ਵੀ ਦੇਖ ਸਕਦੇ ਹੋ। ਉਸ ਦੇ ਵਿੱਚ ਆਪਾਂ ਜਿਹੜੇ ਅੱਗੇ ਪ੍ਰਸ਼ਨ ਆ ਉਹ ਹਿਸਟਰੀ ਨਾਲ ਸੰਬੰਧਿਤ ਕਰਾਂਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।